ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਪਾਵਨ ਅੰਗ 372 ਤੇ ਆਸਾ ਰਾਗ ਦੇ ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਇਸ ਸ਼ਬਦ ਵਿੱਚ ਸਤਿਗੁਰੂ ਜੀ ਜਗਿਆਸੂ ਅਤੇ ਮਹਾਤਮਾ ਦੇ ਦੁਆਰਾ ਕਥਨ ਕਰਦੇ ਹਨ। ਜਿਵੇਂ ਕੋਈ ਵਪਾਰੀ ਵਪਾਰ ਕਰਨ ਵਾਸਤੇ ਆਉਂਦੇ ਹਨ, ਇਉਂ ਜਗਿਆਸੂ ਆਪਣੀ ਅਵਸਥਾ ਦੱਸਦਾ ਹੈ ਤੇ ਗੁਰੂ ਜੀ ਰੂਪਕ ਅਲੰਕਾਰ ਉਚਾਰਨ ਕਰਦੇ ਹਨ। ਪਰਦੇਸ ਝਾਗ ਸੌਦੇ ਕਉ ਆਇਆ, ਵਸਤ ਅਨੂਪ ਸੁਣੀ ਲਾਭ ਆਇਆ। ਹੇ ਸਤਿਗੁਰੂ ਜੀ, ਮੈਂ 84 ਲੱਖ ਜੂਨਾਂ ਰੂਪੀ ਪਰਦੇਸ ਪਰਾਏ ਦੇਸਾਂ ਨੂੰ ਝਾਗੁੰਦਾ ਲੰਘ ਕੇ ਮਨੁੱਖਾ ਜੂਨੀ ਵਿੱਚ ਤੁਹਾਡੇ ਪਾਸ ਨਾਮ ਰੂਪ ਸੌਦੇ ਨੂੰ ਪ੍ਰਾਪਤ ਕਰਨ ਲਈ ਆਉਣਾ ਕੀਤਾ ਹੈ। ਮੈਂ ਤੁਹਾਡੇ ਪਾਸ ਅਨੂਪ ਉਪਮਾ ਤੋਂ ਰਹਿਤ ਨਾਮ ਰੂਪੀ ਵਸਤੂ ਸੁਣਨਾ ਕੀਤੀ ਹੈ। ਸੋ ਲਭਾਇਆ ਕੀਏ, ਜਿਸ ਕਰਕੇ ਮੇਰਾ ਚਿੱਤ ਲਾਭਾਇਆ ਲੁਭਾਏਮਾਨ ਹੋ ਗਿਆ ਹੈ। ਲਾਭ ਵਾਸਤੇ ਆਇਆ ਹਾਂ ਕਿ ਚਿੱਤ ਨੂੰ ਲੁਭਾਏਮਾਨ ਹੋ ਕੇ ਆਤਮਾ ਆਨੰਦ ਰੂਪੀ ਲਾਭ ਪ੍ਰਾਪਤ ਹੋਵੇਗਾ। ਗੁਣ ਰਾਸ ਬੰਨ ਪੱਲੇ ਆਨੀ, ਦੇਖ ਰਤਨ ਇਹ ਮਨ ਲਪਟਾਨੀ। ਹੇ ਮਹਾਰਾਜ, ਮੈਂ ਸ਼ਰਧਾ ਆਦਿਕ ਸ਼ੁਭ ਗੁਣਾ ਰੂਪੀ ਰਾਸ ਪੂੰਜੀ ਆਪਣੇ ਅੰਤਸ਼ਕਰਨ ਰੂਪੀ ਪੱਲੇ ਬੰਨ ਕੇ ਆਨੀ ਕੀਏ ਲਿਆਉਣਾ ਕੀਤੀ ਹੈ। ਆਪ ਜੀ ਦੇ ਪਾਸ ਨਾਮ ਰੂਪੀ ਰਤਨ ਮਾਣਕ ਵੇਖ ਕੇ ਮੇਰੇ ਸਮਾਨ ਦੀ ਬਿਰਤੀ ਲੰਪਟ ਹੋ ਗਈ ਹੈ। ਸਾਹ ਵਾਪਾਰੀ ਦੁਆਰੇ ਆਏ, ਵਖਰ ਕੱਢੋ ਸੌਦਾ ਕਰਾਏ ਰਹਾਉ। ਹੇ ਸਾਹ ਸ਼ਾਹੂਕਾਰ ਰੂਪੀ ਸਤਿਗੁਰੂ ਜੀ, ਅਸੀਂ ਵਪਾਰ ਕਰਨ ਵਾਲੇ ਹੋ ਕੇ ਤੁਹਾਡੇ ਸਤਸੰਗਤ ਰੂਪੀ ਦਰਵਾਜ਼ੇ 'ਤੇ ਆਏ ਹਾਂ। ਇਸ ਕਰਕੇ ਆਪ ਜੀ ਆਪਣੀ ਰਸਨਾ ਤੋਂ ਨਾਮ ਰੂਪੀ ਪਦਾਰਥ ਕੱਢਣਾ ਕਰੋ ਅਤੇ ਨਾਮ ਦੀ ਦਾਤ ਬਖਸ਼ ਕੇ ਸਾਡਾ ਸੌਦਾ ਕਰਾਉਣਾ ਕਰੋ। ਗੁਰੂ ਜੀ ਨੇ ਕਿਹਾ ਕਿ ਤੂੰ ਕਿਸ ਦੇ ਕਹਿਣ 'ਤੇ ਆਇਆ ਹੈ? ਤਾਂ ਫਿਰ ਅੱਗੇ ਕਿਰਪਾ ਕਰਦੇ ਹਨ ਵਿਸਰਾਮ ਦੇ ਕੇ। ਸਾਹਿ ਪਠਾਇਆ ਸਾਹੈ ਪਾਸ, ਅਮੋਲ ਰਤਨ ਅਮੋਲਾ ਰਾਸ। ਹੇ ਸਾਹੈ ਸ਼ਾਹੂਕਾਰ ਰੂਪੀ ਸਤਿਗੁਰੂ ਜੀ, ਮੈਨੂੰ ਤੁਹਾਡੇ ਕੋਲ ਸੰਤ ਰੂਪ ਸ਼ਾਹ ਨੇ ਭੇਜਣਾ ਕੀਤਾ ਹੈ। ਹੇ ਸਤਿਗੁਰੂ ਜੀ, ਤੁਹਾਡੇ ਪਾਸ ਅਨਮੋਲ ਬੇਕੀਮਤੇ ਰਤਨ ਮਾਣਕ ਦੀ ਨਿਆਈ ਨਾਮ ਹੈ ਤੇ ਸਾਡੇ ਕੋਲ ਵੀ ਅਮੋਲਾ ਕਹੀਏ ਅਮੋਲਕ ਸ਼ਰਧਾ ਰੂਪੀ ਪੂੰਜੀ ਹੈ। ਇਸ ਪ੍ਰਕਾਰ ਜਦੋਂ ਜਗਿਆਸੂ ਨੇ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਉਚਾਰਦੇ ਹਨ। ਵਿਸ਼ਟ ਸੁਭਾਈ ਪਾਇਆ ਮੀਤ, ਸੌਦਾ ਮਿਲਿਆ ਨਿਹਚਲ ਚੀਤ। ਹੇ ਜਗਿਆਸੂ, ਜਿਸ ਵੇਲੇ ਮਹਾਤਮਾ ਨੇ ਵਿਸ਼ਟ ਗੁਣਵਾਨ ਵਕੀਲ ਵਿਚੋਲੇ ਅਤੇ ਸ਼ੋਭਾ ਦੇਣ ਵਾਲੇ ਮੀਤ ਮਿੱਤਰ ਰੂਪ ਸਤਿਗੁਰੂ ਜੀ ਨੂੰ ਪਾਉਣਾ ਕੀਤਾ ਹੈ, ਫਿਰ ਉਹਨਾਂ ਨੂੰ ਗੁਰਾਂ ਕੋਲੋਂ ਨਾਮ ਰੂਪੀ ਸੌਦਾ ਮਿਲ ਗਿਆ। ਤਦ ਉਹਨਾਂ ਦਾ ਚਿੱਤ ਅਚਲ ਹੋ ਗਿਆ। ਇਉਂ ਤੂੰ ਵੀ ਸਤਿਗੁਰਾਂ ਨੂੰ ਵਿਚੋਲਾ ਪਾ ਕੇ ਹਰੀ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਮਨ ਨੂੰ ਰੰਗਣਾ ਕਰ। ਭਉ ਨਹੀਂ ਤਸਕਰ ਪਾਉਣ ਨ ਪਾਣੀ, ਸਹਿਜ ਵਿਹਾਜੀ ਸਹਿਜ ਲੈ ਜਾਨੀ। ਫਿਰ ਉਹਨਾਂ ਨੂੰ ਪ੍ਰਤੱਖ ਚੋਰਾਂ ਪਾਉਣ ਹਵਾ ਤੇ ਪਾਣੀ ਜਲ ਆਦਿ ਦਾ ਡਰ ਨਹੀਂ ਰਹਿੰਦਾ। ਭਾਵ ਨਾਮ ਰੂਪੀ ਸੌਦੇ ਨੂੰ ਚੋਰ ਖੋਹ ਨਹੀਂ ਸਕਦੇ, ਹਵਾ ਉਡਾ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ। ਕਾਮ ਕ੍ਰੋਧ ਰੂਪੀ ਚੋਰ ਵਾਸ਼ਨਾ ਰੂਪੀ ਪਾਉਣ ਤੇ ਪਦਾਰਥਾਂ ਦੇ ਮੋਹ ਰੂਪੀ ਪਾਣੀ ਦਾ ਭੈ ਨਹੀਂ ਰਹਿੰਦਾ। ਸਤਿਗੁਰੂ ਨਾਮ ਰੂਪੀ ਜਾਨੀ ਪਿਆਰੀ ਵਸਤੂ ਅਸੀਂ ਸਹਿਜ ਅਵਸਥਾ ਵਿੱਚ ਲੈ ਜਾਣੀ ਹੈ। ਸਤ ਕੈ ਖਟਿਐ ਦੁੱਖ ਨਹੀਂ ਪਾਇਆ, ਸਹੀ ਸਲਾਮਤ ਘਰ ਲੈ ਆਇਆ। ਨਾਮ ਰੂਪੀ ਸੱਚੀ ਵਸਤੂ ਦੇ ਖੱਟਿਆ ਖੱਟਣ ਕਰਕੇ ਜੰਮਣ ਮਰਨ ਰੂਪੀ ਦੁੱਖ ਨਹੀਂ ਪਾਉਣਾ ਕਰੀਦਾ। ਹੇ ਜਗਿਆਸੂ, ਤੂੰ ਵੀ ਸਹੀ ਨਿਸ਼ਚੇ ਕਰਕੇ ਸਲਾਮਤ ਇਸਤਤ ਰੂਪ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਲੈ ਕੇ ਆਉਣਾ ਕਰ।
ਇਉਂ ਸਤਿਗੁਰਾਂ ਦੇ ਬਚਨ ਸੁਣ ਕੇ ਜਿਗਿਆਸੂ ਸੰਸ਼ੇ ਤੋਂ ਬਿਨਾਂ ਹੋ ਕੇ ਇਸਤਤ ਰੂਪ ਪ੍ਰਭੂ ਦੇ ਨਾਮ ਨੂੰ ਹਿਰਦੇ ਰੂਪੀ ਘਰ ਵਿੱਚ ਲੈ ਕੇ ਆ ਗਿਆ। ਮਿਲਿਆ ਲਾਹਾ ਭਏ ਆਨੰਦ, ਧਨ ਸਾਹ ਪੂਰੇ ਬਖਸ਼ਿੰਦ। ਇਸ ਪ੍ਰਕਾਰ ਜਿਗਿਆਸੂ ਰੂਪ ਵਣਜਾਰੇ ਨੂੰ ਨਾਮ ਰੂਪੀ ਸੌਦੇ ਦਾ ਲਾਭ ਮਿਲ ਗਿਆ, ਜਿਸ ਕਰਕੇ ਆਨੰਦ ਸੁਖ ਪ੍ਰਾਪਤ ਹੋਇਆ, ਆਨੰਦ ਸਰੂਪ ਦੀ ਪ੍ਰਾਪਤੀ ਹੋ ਗਈ। ਹੇ ਪੂਰਨ ਸ਼ਾਹੂਕਾਰ ਰੂਪੀ ਗੁਰੂ ਜੀ, ਆਪ ਧਨ ਧਨਤਾ ਦੇ ਯੋਗ ਹੋ। ਤੁਸੀਂ ਨਾਮ ਦੀਆਂ ਦਾਤਾਂ ਬਖਸ਼ਿੰਦ ਬਖਸ਼ਣ ਵਾਲੇ ਹੋ। ਇਹ ਸੌਦਾ ਗੁਰਮੁਖ ਕਿਨੈ ਵਿਰਲੇ ਪਾਇਆ, ਸਹਿਲੀ ਖੇਪ ਨਾਨਕ ਲੈ ਆਇਆ। ਇਹ ਨਾਮ ਰੂਪੀ ਸੌਦਾ ਕਿਸੇ ਵਿਰਲੇ ਟਾਵੇਂ ਗੁਰਮੁਖ ਜਾਣੇ ਪਾਉਣਾ ਕੀਤਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਉਂ ਗੁਰਮੁਖ ਜਨ ਸਹਿਤ ਲਾਹੇ ਦੇ ਨਾਮ ਰੂਪੀ ਖੇਪ ਪੂੰਜੀ ਸਰੂਪ ਦੀ ਪ੍ਰਾਪਤੀ ਰੂਪ ਗਿਆਨ ਦੇ ਲਾਹੇ ਦੀ ਪੂੰਜੀ ਗੁਰਾਂ ਪਾਸੋਂ ਲੈ ਆਇਆ ਆਉਂਦੇ ਹਨ। ਆਸਾ ਮਹੱਲਾ ਪੰਜਵਾ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਇੱਕ ਜਿਗਿਆਸੂ ਨੂੰ ਜੋ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਭਾਵ ਉਸ ਨੂੰ ਅਲੰਕਾਰ ਦੁਆਰਾ ਫਰਮਾਉਂਦੇ ਹਨ। ਗੁਣ ਅਵਗਨ ਮੇਰੋ ਕਛ ਨਾ ਵਿਚਾਰੋ, ਨਹਿ ਦੇਖਿਓ ਰੂਪ ਰੰਗ ਸਿੰਗਾਰੋ। ਮੈਂ ਸਤ ਸੰਤੋਖ ਆਦਿ ਗੁਣਾਂ ਤੋਂ ਹੀਣਾ ਸੀ, ਪਰੰਤੂ ਮੇਰੇ ਗੁਨਾਹਾਂ ਨੂੰ ਕੁਝ ਵੀ ਵਿਚਾਰਨਾ ਨਹੀਂ ਕੀਤਾ, ਅਤੇ ਨਾ ਹੀ ਦਿਲ ਦੀ ਸਫਾਈ ਰੂਪੀ ਸੂਰਤ, ਨਾ ਰੰਗ ਪ੍ਰੇਮ, ਅਤੇ ਨਾ ਹੀ ਵਿਵੇਕ ਵਿਰਾਗ ਸਾਧਨਾ ਰੂਪ ਸ਼ਿੰਗਾਰ ਦੇਖਿਓ ਦੇਖਣਾ ਕੀਤਾ। ਚੱਜ ਅਚਾਰ ਕਿਛ ਬਿਦ ਨਹੀਂ ਜਾਨੀ, ਬਾਹ ਪਕਰ ਪ੍ਰੈ ਸੇਜੈ ਆਨੀ। ਮੇਰੇ ਵਿੱਚ ਗਿਆਨ ਦਾ ਚੱਜ ਕਹੀਏ ਢੰਗ ਨਿਸ਼ਕਾਮ ਕਰਮਾਂ ਰੂਪ ਆਚਾਰ ਸ੍ਰੇਸ਼ਟ ਆਚਰਨ ਵੀ ਨਹੀਂ ਸੀ, ਅਤੇ ਮਨ ਦੀ ਬਿਰਤੀ ਦਾ ਨਿਰੋਧ ਕਰਨ ਰੂਪੀ ਕੁਝ ਵਿਧੀ ਵੀ ਨਹੀਂ ਜਾਣਨਾ ਕੀਤੀ। ਪਰੰਤੂ ਫਿਰ ਵੀ ਪਤੀ ਪਰਮਾਤਮਾ ਨੇ ਕਿਰਪਾ ਕਰਕੇ ਸਾਡੀ ਅੰਤਸ਼ਕਰਨ ਦੀ ਬਿਰਤੀ ਰੂਪੀ ਬਾਹ ਭੁਜਾ ਫੜ ਕੇ ਅੰਤਰਮੁਖ ਕਰਕੇ ਸ਼ਰਧਾ ਰੂਪੀ ਸੇਜਾ 'ਤੇ ਲਿਆਉਣਾ ਕੀਤੀ ਹੈ। ਸੁਨਬੋ ਸਖੀ ਕੰਤ ਹਮਾਰੋ, ਕੀ ਅਲੋਖ ਸਮਾਨਾ। ਹੇ ਮਹਾਤਮਾ ਰੂਪੀ ਸਹੇਲੀ ਸੁਣਨਾ ਕਰ। ਇਸ ਪ੍ਰਕਾਰ ਉਸ ਕੰਤ ਪਤੀ ਪਰਮਾਤਮਾ ਨੇ ਸਾਡਾ ਖਸਮਾਨਾ ਪੱਖ ਕੀ ਅਲੋ ਕੀਤਾ ਹੈ। ਕਰ ਮਸਤਕ ਧਾਰ ਰਾਖਿਓ ਕਰ ਆਪਣਾ, ਕਿਆ ਜਾਣੈ ਇਹੋ ਲੋਕ ਅਜਾਨਾ ਰਹਾਉ। ਪਰਮੇਸ਼ਰ ਨੇ ਸਾਡੇ ਅੰਤਸ਼ਕਰਨ ਰੂਪੀ ਮੱਥੇ ਉੱਪਰ ਆਪਣਾ ਕਿਰਪਾ ਰੂਪੀ ਹੱਥ ਰੱਖ ਕੇ ਸਾਨੂੰ ਆਪਣਾ ਸੇਵਕ ਕਰਨਾ ਕੀਤਾ ਹੈ, ਪਰੰਤੂ ਇਸ ਗੱਲ ਨੂੰ ਇਹ ਅਣਜਾਣ ਲੋਕ ਕੀ ਜਾਣ ਸਕਦੇ ਹਨ ਕਿ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਸੁਹਾਗ ਹਮਾਰੂ ਅਬ ਹੁਣ ਸੋਹਿਓ, ਕੰਤ ਮਿਲਿਓ ਮੇਰੋ ਸਭ ਦੁੱਖ ਜੋਹਿਓ। ਸਾਡਾ ਅਬਿਨਾਸੀ ਸੁਹਾਗ ਆਨੰਦ ਇਸ ਵੇਲੇ ਸੋਹਿਓ ਸ਼ੋਭਨੀਕ ਹੋਇਆ ਹੈ। ਜਦੋਂ ਕੰਤ ਪਤੀ ਅਕਾਲ ਪੁਰਖ ਮਿਲ ਗਿਆ, ਤਦੋਂ ਮੇਰੋ ਕਹੀਏ ਮੇਰਾ ਸਾਰਾ ਦੁੱਖ ਕਸ਼ਟ ਜੋਹਿਓ ਦੂਰ ਹੋ ਗਿਆ। ਆਂਗਨ ਮੇਰੈ ਸੋਭਾ ਚੰਦ, ਨਿਸਬਾਸਰ ਪ੍ਰੈ ਸੰਗ ਆਨੰਦ। ਹੇ ਸਖੀਓ, ਸਾਡੇ ਹਿਰਦੇ ਰੂਪ ਆਂਗਨ ਵਿਹੜੇ ਵਿੱਚ ਵੈਰਾਗ ਰੂਪੀ ਚੰਦਰਮਾ ਚੜ੍ਹਨ ਨਾਲ ਸੋਭਾ ਪ੍ਰਕਾਸ਼ ਹੋ ਗਿਆ ਹੈ। ਸਾਡੇ ਹਿਰਦੇ ਰੂਪੀ ਵਿਹੜੇ ਵਿੱਚ ਚੰਦਰਮਾ ਦੀ ਨਿਆਈ ਪਰਮੇਸ਼ਰ ਦਾ ਪ੍ਰਕਾਸ਼ ਹੋ ਗਿਆ ਹੈ। ਭਗਤੀ ਰੂਪੀ ਚਾਂਦਨੀ ਅਤੇ ਸ਼ੁਭ ਗੁਣਾ ਰੂਪ ਤਾਰੇ ਚਮਕਦੇ ਹਨ। ਅਸੀਂ ਨਿਸ ਰਾਤ ਬਾਸਰ ਦਿਨ ਪ੍ਰੈ ਕਹੀਏ ਪਿਆਰੇ ਪਤੀ ਅਕਾਲ ਪੁਰਖ ਦੇ ਨਾਲ ਅਭੇਦ ਨਿਸ਼ਚੇ ਰੂਪ ਆਨੰਦ ਮਾਣਦੇ ਹਾਂ। ਬਸਤਰ ਹਮਾਰੇ ਰੰਗ ਚਲੂਲ, ਸਗਲ ਆਭਰਣ ਸੋਭਾ ਕੰਠ ਫੂਲ। ਸਾਡੇ ਇੰਦਰੀਆਂ ਰੂਪ ਖਿਮਾ ਪ੍ਰੇਮ ਅੰਤਸ਼ਕਰਨ ਰੂਪੀ ਬਸਤਰ ਕੱਪੜੇ ਪ੍ਰਭੂ ਦੇ ਪ੍ਰੇਮ ਵਿੱਚ ਚਲੂਲ ਗਾੜੇ ਸੁਰਖ ਹੋ ਗਏ ਆ। ਨਾਮ ਗਿਆਨ ਰੂਪੀ ਗਾੜੇ ਰੰਗ ਵਿੱਚ ਰੰਗੇ ਗਏ ਹਨ। ਜੋ ਫੂਲ ਪ੍ਰਫੁੱਲਤ ਹੋ ਕੇ ਕੰਠ ਕੀਏ ਗਲੇ ਨਾਲ ਪਰਮੇਸ਼ਰ ਦੀ ਸੋਭਾ ਵਡਿਆਈ ਉਸਤਤੀ ਕਰਨੀ ਹੈ, ਇਹੋ ਸਾਰੇ ਆਭਰਣ ਗਹਿਣੇ ਪਹਿਨੇ ਹੋਏ ਹਨ। ਵਿਵੇਕ ਵਿਰਾਗ ਆਦਿ ਸਾਰੇ ਸਾਧਨ ਰੂਪ ਭੂਸ਼ਣ ਪਹਿਨੇ ਹੋਏ ਹਨ, ਜੋ ਪ੍ਰਫੁੱਲਤ ਹੋ ਕੇ ਪਰਮੇਸ਼ਰ ਦੇ ਗੁਣ ਗਾਉਣੇ ਹਨ।
ਇਹੋ ਕੰਠ ਸਵਰਨ ਦਾ ਜੜਾਊ ਗਹਿਣਾ ਸ਼ੋਭਦਾਇਕ ਪਹਿਨਿਆ ਹੋਇਆ। ਪ੍ਰਿਆ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ, ਦੁਸ਼ਟ ਦੂਤ ਕੀ ਚੂਕੀ ਕਾਨ। ਜਦੋਂ ਪਤੀ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਣਾ ਕੀਤਾ, ਅਰਥਾਤ ਬਿਰਤੀ ਇਕਾਗਰ ਹੋ ਕੇ ਬ੍ਰਹਮਾਕਾਰ ਹੋ ਗਈ, ਉਦੋਂ ਮੈਂ ਸਾਰੇ ਨਿਧੀਆਂ ਸਿੱਧੀਆਂ ਰੂਪ ਮੁਕਤੀਆਂ ਰੂਪ ਨਿਧਾਨ ਖਜ਼ਾਨੇ ਪ੍ਰਾਪਤ ਕਰ ਲਏ। ਕਾਮ ਕ੍ਰੋਧ ਰੂਪੀ ਦੁਸ਼ਟ ਵੈਰੀ ਅਤੇ ਦੂਤ ਜਮਦੂਤਾਂ ਆਦਿਕਾਂ ਦੀ ਕਾਨ ਕਨੌੜ ਵੀ ਚੁੱਕੀ ਗਈ। ਸਦ ਖੁਸ਼ੀਆ ਸਦਾ ਰੰਗ ਮਾਣੇ, ਨੌ ਨਿਧ ਨਾਮ ਗ੍ਰਹਿ ਮਹਿ ਤ੍ਰਿਪਤਾਨੇ। ਅਸੀਂ ਸਦੀਵ ਖੁਸ਼ੀਆਂ ਆਨੰਦ ਸਰੂਪ ਪਰਮੇਸ਼ਰ ਦੇ ਆਨੰਦ ਨੂੰ ਮਾਣਦੇ ਰਹਿੰਦੇ ਹਾਂ। ਇਸ ਲੋਕ ਵਿੱਚ ਹਮੇਸ਼ਾ ਹੀ ਖੁਸ਼ੀਆਂ ਹਨ ਅਤੇ ਸਦਾ ਸਰੂਪਾਨੰਦ ਰੂਪੀ ਬ੍ਰਹਮ ਦੇ ਆਨੰਦ ਨੂੰ ਮਾਣਦੇ ਹਾਂ। ਨੌ ਨਿਧ ਨੌ ਨਿਧੀਆਂ ਦੇ ਦੇਣ ਵਾਲਾ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਰੂਪੀ ਗ੍ਰਹਿ ਘਰ ਵਿੱਚ ਹੋਣ ਕਰਕੇ ਅਸੀਂ ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤਾਨੇ ਕਹੀਏ ਰੱਜ ਗਏ ਹਾਂ। ਕਹੋ ਨਾਨਕ ਜੋ ਪਿਰਹਿ ਸੀ ਗਾਰੀ, ਥਿਰ ਸੁਹਾਗਨ ਸੰਗ ਪਧਾਰੀ। ਸਤਿਗੁਰੂ ਸਾਹਿਬ ਜੀ ਕਹੋ ਤੋਂ ਭਾਵ ਕਥਨ ਕਰਦੇ ਹਨ। ਜਦੋਂ ਪਤੀ ਅਕਾਲ ਪੁਰਖ ਨੇ ਆਪ ਪ੍ਰੇਮ ਵਸ ਹੋ ਕੇ ਮੈਨੂੰ ਜਗਿਆਸੂ ਰੂਪੀ ਇਸਤਰੀ ਨੂੰ ਸ਼ੁਭ ਗੁਣਾ ਸਹਿਤ ਬਿਰਤੀ ਬ੍ਰਹਮਾਕਾਰ ਕਰਨ ਰੂਪ ਜਾਂ ਨਿਰਵਿਕਲਪ ਸਮਾਧੀ ਰੂਪ ਸੀਗਾਰੀ ਕਹੀਏ ਸ਼ਿੰਗਾਰਨਾ ਕੀਤਾ ਹੈ, ਤਦੋਂ ਮੈਂ ਪਧਾਰੀ ਪਤੀ ਪਰਮੇਸ਼ਰ ਦੇ ਸਾਥ ਭਾਵ ਉਸ ਦੇ ਸਰੂਪ ਵਿੱਚ ਸਥਿਤ ਹੋਣ ਰੂਪ ਸੁਹਾਗਵੰਤੀ ਹੋਣਾ ਕੀਤਾ ਹੈ। ਆਸਾ ਮਹੱਲਾ ਪੰਜਵਾ। ਸ੍ਰੀ ਅੰਮ੍ਰਿਤਸਰ ਸਾਹਿਬ। ਸੋ ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨਮੂਕਰ ਪਰਨਾ। ਆਸਾ ਮਹੱਲਾ ਪੰਜਵਾ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲੋਂ ਇੱਕ ਬ੍ਰਾਹਮਣ ਦਾਨ ਲੈਣ ਜਾਂਦਾ ਸੀ ਅਤੇ ਦਾਨ ਲੈ ਕੇ ਗੁਰੂ ਘਰ ਦੀ ਨਿੰਦਿਆ ਵੀ ਕਰਦਾ ਸੀ। ਇੱਕ ਦਿਨ ਸਿੱਖਾਂ ਨੇ ਇਸ ਨੂੰ ਗੁਰੂ ਘਰ ਦੀ ਨਿੰਦਿਆ ਕਰਦਿਆਂ ਸੁਣ ਲਿਆ। ਜਦ ਅਗਲੇ ਦਿਨ ਦਾਨ ਲੈਣ ਆਇਆ ਤਾਂ ਸਿੱਖਾਂ ਨੇ ਸਤਿਗੁਰਾਂ ਦੇ ਪਾਸ ਜਾ ਕੇ ਕਿਹਾ ਕਿ ਮਹਾਰਾਜ ਜੀ, ਇਸ ਬ੍ਰਾਹਮਣ ਨੂੰ ਤੁਸੀਂ ਰੋਜ਼ ਦਾਨ ਦਿੰਦੇ ਹੋ, ਪਰ ਇਹ ਗੁਰੂ ਘਰ ਦੀ ਨਿੰਦਿਆ ਕਰਦਾ ਹੈ। ਇਹ ਕਹਿੰਦਾ ਹੈ ਕਿ ਚੌਹਾਂ ਯੁੱਗਾਂ ਵਿੱਚ ਬ੍ਰਾਹਮਣ ਹੀ ਗੁਰੂ ਸੀ, ਹੁਣ ਕਲਯੁੱਗ ਵਿੱਚ ਇਹ ਛਤਰੀ ਗੁਰੂ ਬਣ ਕੇ ਬੈਠ ਗਏ ਆ। ਇਹ ਸੁਣ ਕੇ ਸਤਿਗੁਰੂ ਜੀ ਉਸ ਦੇ ਪ੍ਰਥਾਏ ਇਹ ਪਾਵਨ ਸ਼ਬਦ ਉਚਾਰਦੇ ਹਨ। ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨਮੂਕਰ ਪਰਨਾ। ਹੇ ਬ੍ਰਾਹਮਣ, ਤੇਰੇ ਤਾਈਂ ਅਸੀਂ ਦਾਨ ਦੇਣਾ ਕਰਦੇ ਹਾਂ। ਤੂੰ ਠਾਕੁਰਾਂ ਦੀ ਪੂਜਾ ਅਰਚਨ ਵੀ ਕਰਦਾ ਹੈ। ਗੁਰੂ ਘਰ ਵਿੱਚੋਂ ਤੈਨੂੰ ਦਾਨ ਦਿੱਤਾ ਜਾਂਦਾ ਹੈ ਅਤੇ ਲੋਕ ਤੈਨੂੰ ਬ੍ਰਾਹਮਣ ਜਾਣ ਕੇ ਤੇਰੀ ਪੂਜਾ ਸਤਿਕਾਰ ਕਰਦੇ ਹਨ। ਪਰਮੇਸ਼ਰ ਦੀ ਦਿੱਤੀ ਹੋਈ ਦਾਤ ਤੂੰ ਸੰਗਤਾਂ ਪਾਸੋਂ ਲੈਂਦਾ ਹੈ ਤੇ ਸੰਗਤਾਂ ਤੇਰੇ ਤਾਈਂ ਪਦਾਰਥ ਦਿੰਦੀਆਂ ਵਾ। ਉਹਨਾਂ ਪਦਾਰਥਾਂ ਨੂੰ ਲੈ ਕੇ ਤੂੰ ਮੁੱਕਰ ਜਾਣਾ। ਮੈਨੂੰ ਕੋਈ ਦਾਨ ਨਹੀਂ ਦਿੰਦੇ, ਸਗੋਂ ਮੈਂ ਆਪ ਗੁਜ਼ਾਰਾ ਕਰਦਾ। ਉਸ ਪਰਮੇਸ਼ਰ ਦੇ ਸਿਮਰਨ ਭਜਨ ਵੱਲੋਂ ਮੁਨਕਰ ਹੋਇਆ ਪਿਆ ਹੈ। ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ, ਤਿਤ ਦਰ ਤੂੰ ਹੀ ਹੈ ਪਛਤਾਣਾ। ਹੇ ਬ੍ਰਾਹਮਣ ਪੰਡਤ, ਜਿਸ ਦਰਗਾਹ ਵਿੱਚ ਤੁਸੀਂ ਮਰ ਕੇ ਤੂੰ ਜਾਣਾ ਹੈ, ਤਿਸ ਦਰਗਾਹ ਪ੍ਰਲੋਕ ਵਿੱਚ ਜਾ ਕੇ ਤੈਨੂੰ ਪਛਤਾਉਣਾ ਪਛਚਾਤਾਪ ਕਰਨਾ ਪੈਣਾ ਹੈ। ਐਸੇ ਬ੍ਰਾਹਮਣ ਡੂਬੇ ਭਾਈ, ਨਿਰਾਪਰਾਧ ਚਿਤਵਹਿ ਬੁਰਿਆਈ ਰਹਾਉ। ਹੇ ਭਾਈ ਭਰਾਵੋ, ਐਸੇ ਅਜਿਹੇ ਬ੍ਰਾਹਮਣ ਪੰਡਤ ਨਿੰਦਿਆ ਰੂਪੀ ਪਾਣੀ ਵਿੱਚ ਪਾਪਾਂ ਵਿੱਚ ਡੁੱਬ ਗਏ ਹਨ, ਜੋ ਨਿਰਾਪਰਾਧ ਅਪਰਾਧ ਰਹਿਤ ਸਤਿਗੁਰੂ ਜੀ ਵਿੱਚ ਬੁਰਿਆਈ ਬੁਰਾਪਨ ਚਿਤਵਦੇ ਰਹਿੰਦੇ ਹਨ। ਜੋ ਗੁਰਾਂ ਦੀ ਬੁਰਿਆਈ ਚਿਤਵਨੀ ਹੈ, ਇਹ ਨਿਰਾ ਅਪਰਾਧ ਗੁਨਾਹ ਹੀ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਅੰਤਰ ਲੋਭ ਫਿਰਹਿ ਹਲਕਾਏ, ਨਿੰਦਾ ਕਰਹਿ ਸਿਰ ਭਾਰ ਉਠਾਏ। ਇਹਨਾਂ ਅੰਦਰ ਹਿਰਦੇ ਵਿੱਚ ਪਦਾਰਥਾਂ ਦਾ ਲੋਭ ਲਾਲਚ ਹੈ ਅਤੇ ਕੂਕਰ ਦੀ ਨਿਆਈ ਹਲਕੇ ਹੋਏ ਫਿਰਦੇ ਆ। ਗੁਰੂ ਘਰ ਦੀ ਨਿੰਦਾ ਬਦਨਾਮੀ ਕਰਦੇ ਆ। ਬਾਹਰ ਭੇਖ ਕਰਹਿ ਕਨੇਰੇ, ਅੰਤਰ ਵਿਖਿਆ ਉਤਰੀ ਘੇਰੇ। ਦੁਨੀਆ ਨੂੰ ਛੱਲਣ ਲਈ ਬਾਹਰੋਂ ਸਰੀਰ ਉੱਪਰ ਤਿਲਕ ਆਦਿ ਲਗਾ ਕਰਕੇ ਬਹੁਤ ਵੇਸ ਕਰੀ ਫਿਰਦਾ ਹੈ, ਪਰੰਤੂ ਅੰਦਰ ਹਿਰਦੇ ਵਿੱਚ ਵਿਸ਼ਿਆਂ ਰੂਪੀ ਜ਼ਹਿਰ ਮਾਇਆ ਵਾਸ਼ਨਾ ਰੂਪੀ ਘੇਰਾ ਪਾ ਕੇ ਉਤਰ ਗਈ ਹੈ।
ਜੀਵ ਮਾਇਆ ਦੇ ਭੁਲਾਏ ਹੋਏ ਵਿਸ਼ਿਆਂ ਵਿੱਚ ਘੇਰੇ ਰਹਿੰਦੇ ਹਨ ਤੇ ਇਹਨਾਂ ਦੇ ਅੰਦਰੋਂ ਪਰਮੇਸ਼ਰ ਦੀ ਪ੍ਰੀਤੀ ਉਤਰ ਗਈ ਹੈ। ਅਵਰ ਉਪਦੇਸੈ ਆਪ ਨ ਬੂਝੈ, ਐਸਾ ਬ੍ਰਾਹਮਣ ਕਹੀ ਨ ਸੀਜੈ। ਜਿਹੜਾ ਬ੍ਰਾਹਮਣ ਹੋਰਨਾਂ ਤਾਈਂ ਤਾਂ ਉਪਦੇਸ਼ ਕਰਦਾ ਹੈ ਪਰੰਤੂ ਆਪ ਕੁਝ ਵੀ ਬੁੱਝਦਾ ਸਮਝਦਾ ਨਹੀਂ, ਕਿਉਂਕਿ ਅਵਰ ਉਪਦੇਸੈ ਆਪ ਨ ਕਰੈ, ਆਵਤ ਜਾਵਤ ਜਨਮੈ ਮਰੈ। ਐਸਾ ਅਜਿਹਾ ਬ੍ਰਾਹਮਣ ਪੰਡਤ ਕਿਤੇ ਵੀ ਲੋਕ ਪਰਲੋਕ ਵਿੱਚ ਸੀਜੈ ਮੁਕਤ ਨਹੀਂ ਹੋ ਸਕਦਾ। ਮੂਰਖ ਬਾਹਮਣ ਪ੍ਰਭੂ ਸੰਭਾਲ, ਦੇਖਤ ਸੁਨਤ ਤੇਰੈ ਹੈ ਨਾਲ। ਹੇ ਮੂਰਖ ਬੇਸਮਝ ਪਰਮਾਰਥ ਗਿਆਨ ਤੋਂ ਹੀਣੇ ਬਾਹਮਣ ਕਹੀਏ ਬ੍ਰਾਹਮਣ, ਤੂੰ ਉਸ ਪ੍ਰਭੂ ਪਰਮੇਸ਼ਰ ਨੂੰ ਸੰਭਾਲਣਾ ਯਾਦ ਕਰਨਾ ਕਰ, ਜੋ ਪਰਮੇਸ਼ਰ ਤੇਰੀਆਂ ਕਰਤੂਤਾਂ ਨੂੰ ਦੇਖਦਾ ਤੇ ਸੁਣਦਾ ਹੈ ਅਤੇ ਸਦਾ ਹੀ ਤੇਰੇ ਨਾਲ ਸਾਥ ਹੀ ਹੈ। ਕਹੋ ਨਾਨਕ ਜੇ ਹੋਵੀ ਭਾਗ, ਮਾਨ ਛੋੜ ਗੁਰ ਚਰਣੀ ਲਾਗ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਬ੍ਰਾਹਮਣ, ਜੇਕਰ ਤੇਰੇ ਚੰਗੇ ਭਾਗ ਹੋਣ ਤਾਂ ਤੂੰ ਆਪਣਾ ਜਾਤੀ ਅਭਿਮਾਨ ਛੱਡ ਕੇ ਗੁਰਾਂ ਦੇ ਚਰਨਾਂ ਕਮਲਾਂ ਨਾਲ ਲੱਗਣਾ ਕਰ। ਆਸਾ ਮਹੱਲਾ ਪੰਜਵਾ। ਦੁਖ ਰੋਗ ਭਏ ਗਤ ਤਨ ਤੇ, ਮਨ ਨਿਰਮਲ ਹਰ ਹਰ ਗੁਣ ਗਾਏ। ਹੇ ਭਾਈ, ਜਦੋਂ ਹਰੀ ਪਰਮੇਸ਼ਰ ਦੇ ਗੁਣਾਂ ਤਾਈਂ ਗਾਉਣਾ ਕੀਤਾ ਉਦੋਂ ਮਨ ਹਿਰਦਾ ਵੀ ਨਿਰਮਲ ਉਜਲ ਸ਼ੁੱਧ ਹੋ ਗਿਆ ਤੇ ਤਨ ਸਰੀਰ ਤੋਂ ਵੀ ਸਾਰੇ ਦੁੱਖ ਰੋਗ ਗਤ ਨਾਸ਼ ਹੋ ਗਏ। ਜੰਮਣ ਮਰਨ ਰੂਪੀ ਦੁੱਖ ਅਤੇ ਹੰਕਾਰ ਆਦਿਕ ਰੋਗ ਵੀ ਨਿਵਰਤ ਹੋ ਗਏ। ਭਏ ਆਨੰਦ ਮਿਲ ਸਾਧੂ ਸੰਗ, ਅਬ ਮੇਰਾ ਮਨ ਕਤ ਹੀ ਨ ਜਾਏ। ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲਣ ਕਰਕੇ ਆਨੰਦ ਸੁਖ ਸਰੂਪ ਨੂੰ ਪ੍ਰਾਪਤ ਹੋ ਗਏ ਹਾਂ। ਅਬ ਕਹੀਏ ਹੁਣ ਮੇਰਾ ਸਾਡਾ ਮਨ ਚਿੱਤ ਹੋਰ ਕਿਤੇ ਵੀ ਪਦਾਰਥਾਂ ਵੱਲ ਨਹੀਂ ਜਾਂਦਾ। ਤਪਤ ਬੁਝੀ ਗੁਰ ਸਬਦੀ ਮਾਏ। ਹੇ ਭਾਈ, ਸਤਿਗੁਰਾਂ ਦੇ ਸਬਦੀ ਉਪਦੇਸ਼ ਦੀ ਕਮਾਈ ਕਰਕੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਰੂਪੀ ਤਪਸ਼ ਬੁਝੀ ਕਹੀਏ ਬੁਝ ਗਈ, ਭਾਵ ਨਿਵਰਤ ਹੋ ਗਈ ਹੈ। ਬਿਨਸ ਗਇਓ ਤਾਪ ਸਭ ਸਹਿਸਾ, ਗੁਰ ਸੀਤਲ ਮਿਲਿਓ ਸਹਿਜ ਸੁਭਾਏ ਰਹਾਉ। ਉਸ ਵੇਲੇ ਆਦਿ ਵਿਆਧੀ ਉਪਾਧੀ ਅਧਿਆਤਮ ਅਧਿਭੂਤ ਅਧਿਦੇਵ ਰੂਪੀ ਤਾਪ ਅਤੇ ਪ੍ਰਮਾਣਗਤ ਪਰਮੇਗਤ ਵਿਪਰਜੈ ਬੁੱਧੀ ਰੂਪੀ ਸੰਸਾ ਇਤਿਆਦ ਸਾਰੇ ਹੀ ਨਾਸ਼ ਹੋ ਗਏ। ਜਦੋਂ ਸਹਿਜ ਸੁਤੇ ਸਿੱਧ ਹੀ ਨਿਰਜਤਨ ਹੀ ਸਾਂਝ ਸਰੂਪ ਸਤਿਗੁਰੂ ਸਾਹਿਬ ਜੀ ਮਿਲ ਗਏ ਰਹਾਉ। ਧਾਵਤ ਰਹੇ ਏਕ ਇਕ ਬੂਝਿਆ, ਆਏ ਬਸੇ ਅਬ ਨਿਹਚਲ ਥਾਏ। ਜਦੋਂ ਇੱਕੋ ਇੱਕ ਪਰਮੇਸ਼ਰ ਨੂੰ ਗੁਰਾਂ ਦੁਆਰਾ ਬੂਝਿਆ ਸਮਝ ਲਿਆ ਤਾਂ ਉਦੋਂ ਮਨ ਪਦਾਰਥਾਂ ਦੀ ਤਰਫ ਦੌੜਨ ਤੋਂ ਰਹਿਤ ਹੋ ਗਿਆ। ਹੁਣ ਅਚਲ ਸਰੂਪ ਰੂਪੀ ਥਾਂ ਸਥਾਨ ਵਿੱਚ ਆ ਕੇ ਵਸ ਗਏ ਹਾਂ। ਉਸ ਥਾਂ ਵਿੱਚ ਅਚਲ ਹੋ ਕੇ ਬੈਠ ਗਏ ਹਾਂ। ਜਗਤ ਉਦਾਹਰਨ ਸੰਤ ਤੁਮਾਰੇ, ਦਰਸ਼ਨ ਪੇਖਤ ਰਹੇ ਅਗਾਏ। ਹੇ ਪਰਮੇਸ਼ਰ, ਤੁਹਾਡੇ ਸੰਤ ਉੱਤਮ ਭਗਤ ਜਨ ਜਗਤ ਸੰਸਾਰ ਦਾ ਉਦਾਹਰਨ ਉਧਾਰ ਕਰਨ ਵਾਲੇ ਹਨ। ਉਹਨਾਂ ਦਾ ਦਰਸ਼ਨ ਦੀਦਾਰ ਵੇਖ ਕਰਕੇ ਬਹੁਤ ਤ੍ਰਿਪਤ ਹੋ ਰਹੇ ਹਾਂ। ਜਨਮ ਦੋਖ ਪਰੇ ਮੇਰੇ ਪਾਛੈ, ਅਬ ਪਕਰੇ ਨਿਹਚਲ ਸਾਧੂ ਪਾਏ। ਸਾਡੇ ਜਨਮਾਂ ਜਨਮਾਤਰਾਂ ਦੇ ਦੋਸ਼ ਅਪਰਾਧ ਪਿੱਛੇ ਪੈ ਗਏ, ਭਾਵ ਦੂਰ ਹੋ ਗਏ ਹਨ। ਅਬ ਕਹੀਏ ਹੁਣ ਸਾਧੂ ਸੰਤਾਂ ਮਹਾਤਮਾ ਦੇ ਚਰਨ ਫੜ ਕੇ ਅਚਲ ਹੋ ਗਏ ਹਾਂ। ਸਹਿਜ ਧੁਨ ਗਾਵੈ ਮੰਗਲ ਮਨੁਆ, ਅਬ ਤਾਕੋ ਫੁਨ ਕਾਲ ਨ ਖਾਏ। ਹੇ ਭਾਈ, ਜਿਨ੍ਹਾਂ ਦਾ ਮਨੁਆ ਮਨ ਅਖੰਡ ਨਾਮ ਚਿੰਤਨ ਰੂਪ ਮੰਗਲਾ ਚਰਨ ਨੂੰ ਗਾਉਂਦਾ ਹੈ, ਹੁਣ ਉਹਨਾਂ ਤਾਈਂ ਫੁਨ ਫਿਰ ਕਾਲ ਨਹੀਂ ਖਾ ਸਕਦਾ, ਉਹ ਮੁਕਤ ਹੋ ਜਾਂਦੇ ਹਨ। ਕਰਨ ਕਾਰਨ ਸਮਰੱਥ ਹਮਾਰੇ, ਸੁਖਦਾਈ ਮੇਰੇ ਹਰ ਹਰ ਰਾਏ। ਇਹ ਸਾਰੇ ਕਰਨ ਕਾਰਨ ਕਾਰਨਾਂ ਨੂੰ ਕਰਨ ਵਾਲੇ ਭਾਵ ਜਗਤ ਦਾ ਕਾਰਨ ਜੋ ਤਤ ਆਦਿਕ ਹਨ, ਉਹਨਾਂ ਦਾ ਵੀ ਕਰਤਾ ਸ਼ਕਤੀਵਾਨ ਪ੍ਰਭੂ ਤੁਸੀਂ ਹਮਾਰੇ ਸਾਡੇ ਮਾਲਕ ਹੋ ਅਤੇ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਰਾਏ ਰਾਜਾ ਰੂਪ ਵਾਹਿਗੁਰੂ ਜੀ ਤੁਸੀਂ ਹੀ ਸਾਡੇ ਤਾਈਂ ਸੁਖਦਾਈ ਸੁਖ ਦੇਣ ਵਾਲੇ ਹੋ। ਨਾਮ ਤੇਰਾ ਜਪ ਜੀਵੈ ਨਾਨਕ,
ਓਤ ਪੋਤ ਮੇਰੈ ਸੰਗ ਸਹਾਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਅਸੀਂ ਤਾਂ ਤੁਹਾਡਾ ਅੰਮ੍ਰਿਤ ਨਾਮ ਜਪ ਕੇ ਹੀ ਜਿਉਂਦੇ ਹਾਂ। ਤੁਸੀਂ ਓਤ ਪੋਤ ਤਾਣੇ ਪੇਟੇ ਵਾਂਗ ਹੋ ਕੇ ਸਾਡੇ ਨਾਲ ਸਹਾਇਤਾ ਕਰਨ ਵਾਲੇ ਹੋ। ਭਾਵ ਜਿਵੇਂ ਤਾਣੇ ਪੇਟੇ ਵਿੱਚ ਸੂਤ ਇੱਕੋ ਹੀ ਹੁੰਦਾ ਨਾ, ਇਉਂ ਪਰਮੇਸ਼ਰ ਸਾਡੇ ਪਿਆਰ ਵਿੱਚ ਅਤੇ ਅਸੀਂ ਉਸ ਦੀ ਲਿਵ ਵਿੱਚ ਪਰੋਤੇ ਹੋਏ ਹਾਂ ਅਤੇ ਉਹ ਪਰਮੇਸ਼ਰ ਸਾਡਾ ਸੰਗੀ ਹੋ ਕੇ ਸਹਾਇਤਾ ਕਰਨ ਵਾਲਾ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।